ਹੈਲੋ ਗਾਇਸ, ਵੈਲਕਮ ਟੂ ਮਾਈ YouTube ਚੈਨਲ। ਆਈ ਐਮ ਦਿਲਪ੍ਰੀਤ ਗਿੱਲ ਚੜਕ। ਸੋ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬਾਇਓਮੈਟ੍ਰਿਕਸ ਬਾਰੇ, ਜਿਹੜੇ ਆਪਾਂ ਨੂੰ ਕੈਨੇਡਾ ਵੀਜ਼ਾ ਦੇ ਲਈ ਦੇਣੇ ਪੈਂਦੇ ਆ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਆਪਾਂ ਕਦੋਂ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਹੈ ਜਿਹੜੀ ਉਹ ਬੁੱਕ ਕਰ ਸਕਦੇ ਹਾਂ। ਉਸ ਤੋਂ ਬਾਅਦ ਇਸ ਦੀ ਫੀਸ ਦੀ ਗੱਲ ਕਰਾਂਗੇ ਤੇ ਫਿਰ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਕੀ ਡਾਕੂਮੈਂਟਸ ਦੀ ਰਿਕੁਆਇਰਮੈਂਟ ਪੈਂਦੀ ਆ ਆਪਣੀ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਵਾਲੇ ਦਿਨ। ਤੇ ਆਖਰ ਤੇ ਗੱਲ ਕਰਾਂਗੇ ਕਿ ਬਾਇਓਮੈਟ੍ਰਿਕਸ ਦੀ ਜਿਹੜੀ ਅਪਾਇੰਟਮੈਂਟ ਆ ਇਸ ਦੇ ਵਿੱਚ ਕੀ ਕੁਝ ਹੁੰਦਾ ਹੈ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸੋ ਗਾਇਸ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਬਾਇਓਮੈਟ੍ਰਿਕਸ ਦੀ ਜਿਹੜੀ ਅਪਾਇੰਟਮੈਂਟ ਆ ਇਹ ਆਪਾਂ ਕਦੋਂ ਬੁੱਕ ਕਰ ਸਕਦੇ ਹਾਂ। ਸੋ ਇਹ ਟੋਟਲੀ ਆਪਣੇ 'ਤੇ ਡਿਪੈਂਡ ਕਰਦਾ ਕਿ ਆਪਾਂ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਕਦੋਂ ਬੁੱਕ ਕਰਨੀ ਆ। ਸੋ ਆਪਾਂ ਫਾਈਲ ਲਾਂਚ ਕਰਨ ਤੋਂ ਪਹਿਲਾਂ ਵੀ ਆਪਣੀ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਹੈ ਜਿਹੜੀ ਬੁੱਕ ਕਰ ਸਕਦੇ ਹਾਂ ਤੇ ਬਾਅਦ ਦੇ ਵਿੱਚ ਵੀ। ਬਟ ਜਿਹੜੀ ਗੱਲ ਧਿਆਨ ਵਿੱਚ ਰੱਖਣ ਵਾਲੀ ਆ ਉਹ ਹੈਗੀ ਆ ਕਿ ਆਪਣੇ ਕੋਲ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਵਾਲੇ ਦਿਨ BIL ਹੋਣੀ ਚਾਹੀਦੀ ਆ, ਜਾਣੀ ਕਿ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ। ਉਸ ਤੋਂ ਬਿਨਾਂ ਆਪਣੇ ਬਾਇਓਮੈਟ੍ਰਿਕਸ ਆ ਜਿਹੜੇ ਉਹ ਕਲੈਕਟ ਨਹੀਂ ਕੀਤੇ ਜਾਂਦੇ, ਆਪਾਂ ਨੂੰ ਮੋੜ ਦਿੰਦੇ ਆ। ਸੋ ਇਹ ਸ਼ੋਰ ਕਰਨਾ ਜਦੋਂ ਵੀ ਆਪਣੀ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਬੁੱਕ ਕਰਨੀ ਆ ਕਿ ਆਪਣੇ ਕੋਲ BIL ਹੋਵੇ ਉਸ ਦਿਨ। ਤੇ ਜਿਹੜਾ BIL ਹੁੰਦਾ ਇਹ ਆਪਾਂ ਨੂੰ ਉਦੋਂ ਹੀ ਮਿਲਦਾ ਜਦੋਂ ਆਪਾਂ ਫਾਈਲ ਲੌਂਚ ਕਰਦੇ ਹਾਂ। ਇਹ ਕਈ ਵਾਰ ਤਾਂ ਫਾਈਲ ਲੌਂਚ ਕਰਨ ਵਾਲੇ ਦਿਨ ਹੀ ਮਿਲ ਜਾਂਦੀ ਹੈ ਤੇ ਕਈ ਵਾਰ ਕੁਝ ਦਿਨ ਲੱਗ ਵੀ ਜਾਂਦੇ ਆ ਇਸ ਨੂੰ ਆਉਣ ਤੇ। ਇਹ IRCC ਵੱਲੋਂ ਇਸ਼ੂ ਕੀਤੀ ਜਾਂਦੀ ਆ। ਤਾਂ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਤੁਸੀਂ ਆਪਣੀ ਜਿਹੜੀ ਅਪਾਇੰਟਮੈਂਟ ਆ ਇਹ BIL ਮਿਲਣ ਤੋਂ ਬਾਅਦ ਹੀ ਬੁੱਕ ਕਰੋ। ਸੋ ਹੁਣ ਗੱਲ ਕਰਦੇ ਹਾਂ ਆਪਾਂ ਫੀਸ ਦੀ। ਜਿਹੜੀ ਬਾਇਓਮੈਟ੍ਰਿਕਸ ਦੀ ਫੀਸ ਹੁੰਦੀ ਆ ਉਹ ਹੁੰਦੀ ਆ $85 ਤੇ ਜਿਹੜੀ ਆਪਣੀ ਕੈਨੇਡਾ ਵੀਜ਼ਾ ਲਈ ਫਾਈਲ ਲੌਂਚ ਕਰਨ ਦੀ ਫੀਸ ਹੁੰਦੀ ਆ ਉਹ ਹੁੰਦੀ ਆ $150। ਸੋ ਟੋਟਲ ਆਪਾਂ $235 ਪੇ ਕਰ ਦਿੰਦੇ ਆ ਜਦੋਂ ਆਪਾਂ ਫਾਈਲ ਲੌਂਚ ਕਰਦੇ ਆ। ਸੋ ਹੁਣ ਗੱਲ ਕਰਦੇ ਹਾਂ ਆਪਾਂ ਡਾਕੂਮੈਂਟਸ ਦੀ ਕਿ ਆਪਾਂ ਨੂੰ ਕੀ ਡਾਕੂਮੈਂਟਸ ਦੀ ਰਿਕੁਆਇਰਮੈਂਟ ਪੈਂਦੀ ਆ ਆਪਣੀ ਅਪਾਇੰਟਮੈਂਟ ਵਾਲੇ ਦਿਨ। ਸੋ ਸਭ ਤੋਂ ਪਹਿਲਾ ਡਾਕੂਮੈਂਟ ਹੈਗਾ ਉਹ ਹੈਗਾ ਵਾ ਓਰੀਜਨਲ ਪਾਸਪੋਰਟ। ਸੋ ਸੈਕਿੰਡ ਨੰਬਰ ਤੇ ਹੈਗੀ ਆ ਕਨਫਰਮੇਸ਼ਨ ਮੇਲ। ਸੋ ਜਿਹੜੀ ਇਹ ਮੇਲ ਆ ਇਹ ਆਪਾਂ ਨੂੰ ਅਪਾਇੰਟਮੈਂਟ ਬੁੱਕ ਕਰਨ ਤੋਂ 5 ਦਿਨਾਂ ਦੇ ਵਿੱਚ ਹੀ ਆ ਜਾਂਦੀ ਹੁੰਦੀ ਹੈ। ਸੋ ਜਿਹੜਾ ਥਰਡ ਡਾਕੂਮੈਂਟ ਹੈਗਾ ਉਹ ਹੈਗਾ BIL, ਜੋ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਹੁੰਦੀ ਆ ਤੇ ਇਸ ਬਿਨਾਂ ਬਾਇਓਮੈਟ੍ਰਿਕਸ ਕਲੈਕਟ ਨਹੀਂ ਕੀਤੇ ਜਾਂਦੇ। ਤੇ ਫੋਰਥ ਨੰਬਰ ਤੇ ਹੈਗਾ ਕੋਵਿਡ ਵੈਕਸੀਨ ਦਾ ਸਰਟੀਫਿਕੇਟ। ਸੋ ਇਹ ਵੀ ਤੁਸੀਂ ਲਿਆਉਣਾ ਨਹੀਂ ਭੁੱਲਣਾ, ਇਸ ਦੀ ਵੀ ਰਿਕੁਆਇਰਮੈਂਟ ਪੈਂਦੀ ਆ। ਤੇ ਫਿਫਥ ਨੰਬਰ ਤੇ ਜਿਹੜਾ ਮੈਂ ਤੁਹਾਨੂੰ ਡਾਕੂਮੈਂਟ ਦੱਸਦਾ ਉਹ ਹੈਗਾ ਵਾ ਕੰਸੈਂਟ ਫਾਰਮ। ਇਸ ਬਾਰੇ ਮੇਰੇ ਤੋਂ ਬਿਲਕੁਲ ਨਹੀਂ ਪੁੱਛਿਆ ਸੀਗਾ ਮੇਰੀ ਅਪਾਇੰਟਮੈਂਟ ਵਾਲੇ ਦਿਨ, ਪਰ ਤੁਸੀਂ ਇਹ ਵੀ ਲੈ ਜਾਣਾ ਕਿਉਂਕਿ ਕਈਆਂ ਤੋਂ ਇਸ ਬਾਰੇ ਵੀ ਪੁੱਛ ਲੈਂਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਬਾਇਓਮੈਟ੍ਰਿਕਸ ਦੀ ਜਿਹੜੀ ਅਪਾਇੰਟਮੈਂਟ ਆ ਉਸ ਦੇ ਵਿੱਚ ਕੀ ਕੁਝ ਹੁੰਦਾ ਹੈ। ਸੋ ਮੇਰੀ ਜਿਹੜੀ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਸੀਗੀ ਉਹ ਸੀਗੀ ਚੰਡੀਗੜ੍ਹ। ਸੋ ਜਿੱਦਾਂ ਹੀ ਆਪਾਂ ਚੰਡੀਗੜ੍ਹ ਪਹੁੰਚਦੇ ਹਾਂ ਜਿੱਥੇ ਆਪਣੇ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਹੁੰਦੀ ਹੈ ਤਾਂ ਉੱਥੇ ਗੇਟ 'ਤੇ ਗਾਰਡ ਖੜ੍ਹੇ ਹੁੰਦੇ ਆ। ਉਹ ਆਪਣਾ ਕਨਫਰਮੇਸ਼ਨ ਮੇਲ ਤੇ ਆਪਣਾ ਕੋਵਿਡ ਵੈਕਸੀਨ ਦਾ ਸਰਟੀਫਿਕੇਟ ਦਿਖਾਉਣ ਲਈ ਕਹਿੰਦੇ ਆ। ਆਪਾਂ 2 ਡਾਕੂਮੈਂਟਸ ਉਹਨਾਂ ਨੂੰ ਵਿਖਾ ਦੇਣੇ ਹੁੰਦੇ ਆ ਤੇ ਉਹ ਆਪਣੀ ਲਿਸਟ 'ਤੇ ਆਪਣਾ ਨੇਮ ਚੈੱਕ ਕਰਕੇ ਆਪਾਂ ਨੂੰ ਅੰਦਰ ਜਾਣ ਲਈ ਕਹਿ ਦਿੰਦੇ ਆ। ਉੱਥੇ ਬਕਾਇਦਾ ਸਾਈਨ ਬੋਰਡਸ ਵੀ ਲੱਗੇ ਹੁੰਦੇ ਆ ਕਿ ਆਪਾਂ ਕਿੱਧਰ ਜਾਣਾ। ਤਾਂ ਉਸ ਤੋਂ ਬਾਅਦ ਆਪਾਂ ਮੇਨ ਬਿਲਡਿੰਗ ਦੇ ਵਿੱਚ ਚਲੇ ਜਾਂਦੇ ਆ ਤਾਂ ਉੱਥੇ ਵੀ ਆਪਣੇ ਕੋਲੋਂ ਕਨਫਰਮੇਸ਼ਨ ਮੇਲ ਤੇ BIL 2 ਡਾਕੂਮੈਂਟਸ ਚੈੱਕ ਕਰਦੇ ਆ ਤੇ ਆਪਣਾ ਸਿਕਿਉਰਿਟੀ ਚੈੱਕ ਹੁੰਦਾ ਕਿ ਆਪਣੇ ਕੋਲ ਕੁਝ ਹੈ ਤਾਂ ਨਹੀਂਗਾ। ਤਾਂ ਉਸ ਤੋਂ ਬਾਅਦ ਉਹ ਆਪਾਂ ਨੂੰ ਕਹਿ ਦਿੰਦੇ ਆ ਕਿ ਤੁਸੀਂ 3rd ਫਲੋਰ 'ਤੇ ਚਲੇ ਜਾਓ। ਤਾਂ ਆਪਾਂ ਲੈਫਟ ਦੇ ਵਿੱਚ 3rd ਫਲੋਰ 'ਤੇ ਚਲੇ ਜਾਣਾ ਹੁੰਦਾ। ਤਾਂ ਉੱਥੇ ਅਲੱਗ-ਅਲੱਗ ਕਾਊਂਟਰ ਬਣੇ ਹੁੰਦੇ ਆ ਅਲੱਗ-ਅਲੱਗ ਕੰਟਰੀਜ਼ ਦੇ ਬਾਇਓਮੈਟ੍ਰਿਕਸ ਦੇ ਲਈ। ਸੋ ਆਪਾਂ ਕੈਨੇਡਾ ਵਾਲੇ ਕਾਊਂਟਰ 'ਤੇ ਚਲੇ ਜਾਣਾ ਹੁੰਦਾ। ਤਾਂ ਕਾਊਂਟਰ ਦੇ ਗੇਟ 'ਤੇ ਵੀ ਉੱਥੇ ਗਾਰਡ ਖੜ੍ਹੇ ਹੁੰਦੇ ਆ। ਉਹ ਆਪਣਾ ਓਰੀਜਨਲ ਪਾਸਪੋਰਟ, BIL ਤੇ ਆਪਣੀ ਕਨਫਰਮੇਸ਼ਨ ਮੇਲ 3 ਚੀਜ਼ਾਂ ਚੈੱਕ ਕਰਦੇ ਆ ਤੇ ਆਪਣੀ ਲਿਸਟ 'ਤੇ ਨਾਮ ਆਪਣਾ ਵੇਖਦੇ ਆ ਤੇ ਆਪਾਂ ਨੂੰ ਉਹ ਅੰਦਰ ਜਾਣ ਲਈ ਕਹਿ ਦਿੰਦੇ ਆ। ਤਾਂ ਅੰਦਰ ਵੀ ਕਿਹੜਾ ਆਪਣਾ ਸਿਕਿਉਰਿਟੀ ਚੈੱਕ ਹੁੰਦਾ ਤੇ ਆਪਾਂ ਨੂੰ ਕਹਿ ਦਿੰਦੇ ਆ ਕਿ ਆਪਣਾ ਮੋਬਾਈਲ ਫੋਨ ਆ ਜਿਹੜਾ ਉਹ ਜਾਂ ਤਾਂ ਫਲਾਈਟ ਮੋਡ 'ਤੇ ਲਾ ਲਓ ਤੇ ਜਾਂ ਉਹਨੂੰ ਟਰਨ ਆਫ ਕਰ ਦਿਓ। ਤਾਂ ਉਸ ਤੋਂ ਬਾਅਦ ਉੱਥੇ ਇੱਕ ਡੈਸਕ ਹੁੰਦਾ, ਆਪਾਂ ਉੱਥੇ ਚਲੇ ਜਾਣਾ ਹੁੰਦਾ। ਉੱਥੇ VFS ਗਲੋਬਲ ਦਾ ਸਟਾਫ ਮੈਂਬਰ ਬੈਠਾ ਹੁੰਦਾ। ਆਪਾਂ ਉਸ ਨੂੰ ਆਪਣਾ ਪਾਸਪੋਰਟ, ਕਨਫਰਮੇਸ਼ਨ ਮੇਲ ਤੇ ਜਿਹੜਾ BIL ਆ ਉਹ ਫੜਾ ਦੇਣਾ ਹੁੰਦਾ ਤੇ ਉਹ ਆਪਾਂ ਤੋਂ ਪੁੱਛਦਾ ਕਿ ਆਪਾਂ ਕਿਹੜੀ ਸਰਵਿਸ ਲੈਣੀ ਹੈ, ਨੋਰਮਲ ਜਾਂ ਪ੍ਰੀਮੀਅਮ। ਸੋ ਮੈਂ ਤਾਂ ਆਪਣੀ ਨੋਰਮਲ ਸਰਵਿਸ ਆਪਟ ਕੀਤੀ ਸੀ ਕਿਉਂਕਿ ਮੈਂ ਆਪਣੇ ਏਜੰਟ ਤੋਂ ਪੁੱਛ ਲਿਆ ਸੀਗਾ ਕਿ ਮੈਂ ਕਿਹੜੀ ਸਰਵਿਸ ਲਵਾਂ। ਤਾਂ ਉਸਨੇ ਮੈਨੂੰ ਨੋਰਮਲ ਸਰਵਿਸ ਲੈਣ ਲਈ ਕਿਹਾ ਸੀਗਾ। ਤੇ ਮੈਂ ਤੁਹਾਨੂੰ ਜਿਹੜੀ ਪ੍ਰੀਮੀਅਮ ਸਰਵਿਸ ਆ ਉਸ ਦੇ ਬੈਨੀਫਿਟ ਵੀ ਦੱਸ ਦੇਣਾ ਕਿ ਕੀ ਬੈਨੀਫਿਟ ਹੁੰਦੇ ਆ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੀ ਪ੍ਰੀਮੀਅਮ ਸਰਵਿਸ ਆ ਇਸ ਦੇ ਚਾਰਜਸ ਹੁੰਦੇ ਆ $3169 ਤੇ ਜਿਹੜੀ ਨੋਰਮਲ ਸਰਵਿਸ ਹੁੰਦੀ ਆ ਉਸ ਦਾ ਕੋਈ ਵੀ ਚਾਰਜ ਨਹੀਂ ਲੱਗਦਾ। ਸੋ ਹੁਣ ਤੁਹਾਨੂੰ ਮੈਂ ਗਿਣਾਉਣਾ ਕਿ ਪ੍ਰੀਮੀਅਮ ਸਰਵਿਸ ਦੇ ਵਿੱਚ ਕੀ ਬੈਨੀਫਿਟ ਮਿਲਦੇ ਆ। ਸਭ ਤੋਂ ਪਹਿਲਾ ਬੈਨੀਫਿਟ ਆ ਉਹ ਮਿਲਦਾ ਆਪਾਂ ਨੂੰ ਸੈਪਰੇਟ ਲੌਂਜ, ਯਾਨੀ ਕਿ ਆਪਾਂ ਸੈਪਰੇਟ
ਹਾਲ ਦੇ ਵਿੱਚ ਜਾਣਾ ਹੁੰਦਾ। ਪ੍ਰੀਮੀਅਮ ਵਾਲੇ ਅੱਡ ਜਾਂਦੇ ਆ ਤੇ ਨਾਰਮਲ ਵਾਲੇ ਅੱਡ ਜਾਂਦੇ ਆ। ਸੋ ਇਸ ਦਾ ਮੈਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਲੱਗਦਾ, ਕਿਉਂਕਿ ਨਾਰਮਲ ਸਰਵਿਸ ਲੈਣ 'ਤੇ ਵੀ ਆਪਾਂ ਨੂੰ 5 ਮਿੰਟ ਹੀ ਲੱਗਦੇ ਆ ਬਾਇਓਮੈਟ੍ਰਿਕਸ ਦੇ ਲਈ। ਸੋ ਅਗਲਾ ਬੈਨੀਫਿਟ ਹੈਗਾ ਉਹ ਹੈਗਾ ਰਿਫਰੈਸ਼ਮੈਂਟ। ਸੋ ਮੈਨੂੰ ਲੱਗਦਾ ਕਿ ਮਾੜਾ ਮੋਟਾ ਖਾਣ ਪੀਣ ਨੂੰ ਦੇ ਦਿੰਦੇ ਹੋਣੇ ਆ ਪ੍ਰੀਮੀਅਮ, ਜਿਨ੍ਹਾਂ ਨੇ ਆਪਟ ਕੀਤੀ ਹੁੰਦੀ ਹੈ ਸਰਵਿਸ। ਸੋ ਇਸ ਦਾ ਵੀ ਕੋਈ ਜ਼ਿਆਦਾ ਫਾਇਦਾ ਨਹੀਂ ਗਾ ਇੰਨੇ ਪੈਸੇ ਪੇ ਕਰਨ ਤੋਂ ਵੀ ਬਾਅਦ। ਥਰਡ ਬੈਨੀਫਿਟ ਹੈਗਾ ਉਹ ਹੈਗਾ ਵਾ ਵੀ ਆਪਾਂ ਨੂੰ ਰੀਡਿੰਗ ਮਟੀਰੀਅਲਸ ਪ੍ਰੋਵਾਈਡ ਕੀਤੇ ਜਾਂਦੇ ਆ, ਯਾਨੀ ਕਿ ਆਪਾਂ ਆਪਣਾ ਟਾਈਮ ਸਪੈਂਡ ਕਰ ਸਕਦੇ ਹਾਂ। ਤੇ ਫੋਰਥ ਬੈਨੀਫਿਟ ਆ ਉਹ ਮਿਲਦਾ ਆਪਾਂ ਨੂੰ ਕੋਰੀਅਰ ਰਿਟਰਨ ਆਫ ਪਾਸਪੋਰਟ। ਸੋ ਇਹ ਆ ਜਿਹੜੀ ਸਰਵਿਸ ਇਹ ਤਾਂ ਨਾਰਮਲ ਵਾਲੇ ਨੂੰ ਵੀ ਮਿਲਦੀ ਆ। ਸੋ ਇਸ ਦਾ ਵੀ ਕੋਈ ਜ਼ਿਆਦਾ ਫਾਇਦਾ ਲੱਗਦਾ ਨਹੀਂ ਗਾ। ਫਿਫਥ ਬੈਨੀਫਿਟ ਆ ਜਿਹੜਾ ਉਹ ਹੈਗਾ ਵਾ SMS ਅਲਰਟ ਔਨ ਸਟੇਟਸ ਆਫ ਯੂਰ ਐਪਲੀਕੇਸ਼ਨ। ਸੋ ਇਸ ਬੈਨੀਫਿਟ ਦੇ ਅੰਡਰ ਆਪਾਂ ਨੂੰ ਮੋਬਾਈਲ ਫੋਨ 'ਤੇ SMS ਆਉਂਦਾ ਰਹਿੰਦਾ ਆਪਣੀ ਐਪਲੀਕੇਸ਼ਨ ਦੇ ਸਟੇਟਸ ਬਾਰੇ। ਜੇ ਇਸ ਦਾ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ, ਕਿਉਂਕਿ ਆਪਾਂ IRCC ਦੀ ਵੈਬਸਾਈਟ 'ਤੇ ਜਾ ਕੇ ਵੀ ਆਪਣੀ ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰ ਸਕਦੇ ਹਾਂ ਨਾ ਪ੍ਰੀਮੀਅਮ ਸਰਵਿਸ ਲਏ। ਜਿਹੜਾ 6th ਤੇ 7th ਬੈਨੀਫਿਟ ਆ ਇਸ ਦਾ ਤਾਂ ਬਿਲਕੁਲ ਵੀ ਫਾਇਦਾ ਨਹੀਂ ਗਾ, ਕਿਉਂਕਿ ਨਾ ਤਾਂ ਆਪਾਂ ਉੱਥੇ ਕੋਈ ਫੋਟੋਗ੍ਰਾਫਸ ਕਰਾਉਣੀਆਂ ਹੁੰਦੀਆਂ ਤੇ ਨਾ ਕੋਈ ਫੋਟੋ ਕਾਪੀ ਕਰਾਉਣੀ ਹੁੰਦੀ ਆ। ਇਹ ਟੋਟਲ 7 ਬੈਨੀਫਿਟਸ ਮਿਲਦੇ ਆ ਪ੍ਰੀਮੀਅਮ ਸਰਵਿਸ ਦੇ ਅੰਡਰ। ਜੇ ਇਸ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਫਾਇਦਾ। ਸੋ ਮੈਂ ਤਾਂ ਇਹੀ ਸੁਜੈਸਟ ਕਰੂੰਗਾ ਕਿ ਸਾਰਿਆਂ ਨੂੰ ਨਾਰਮਲ ਸਰਵਿਸ ਲੈਣੀ ਚਾਹੀਦੀ ਆ। ਤਾਂ ਜਿੱਦਾਂ ਹੀ ਆਪਾਂ ਡੈਸਕ 'ਤੇ ਦੱਸਦੇ ਹਾਂ ਕਿ ਆਪਾਂ ਕਿਹੜੀ ਸਰਵਿਸ ਲੈਣੀ ਆ, ਆਪਾਂ ਨੂੰ ਉਹ ਆਪਣੇ ਡਾਕੂਮੈਂਟਸ ਜਿਹੜੇ ਰਿਟਰਨ ਕਰ ਦਿੰਦੇ ਆ ਤੇ ਇੱਕ ਆਪਾਂ ਨੂੰ ਟੋਕਨ ਦੇ ਦਿੰਦੇ ਆ ਜਿਸ 'ਤੇ ਇੱਕ ਨੰਬਰ ਲਿਖਿਆ ਹੁੰਦਾ ਹੈ ਤੇ ਆਪਾਂ ਨੂੰ ਦੱਸ ਦਿੰਦੇ ਆ ਕਿ ਆਪਾਂ ਉਸ ਹਾਲ ਦੇ ਵਿੱਚ ਚਲੇ ਜਾਣਾ। ਸੋ ਆਪਾਂ ਜਾਣਾ ਕਿੱਧਰ ਹੁੰਦਾ, ਜਿੱਥੇ ਨਾਰਮਲ ਸਰਵਿਸ ਵਾਲੇ ਕੈਂਡੀਡੇਟਸ ਜਾਂਦੇ ਆ ਤਾਂ ਆਪਾਂ ਉੱਥੇ ਜਾ ਕੇ ਬੈਠ ਜਾਣਾ ਹੁੰਦਾ। ਆਪਣੇ ਸਾਹਮਣੇ ਇੱਕ ਸਕਰੀਨ ਲੱਗੀ ਹੁੰਦੀ ਆ ਤੇ ਕੂਪਨ ਨੰਬਰ ਲਿਖੇ ਹੁੰਦੇ ਆ ਤੇ ਪਿੱਛੇ ਉਸ ਦੇ ਕਾਊਂਟਰ ਨੰਬਰ ਲਿਖਿਆ ਹੁੰਦਾ। ਸੋ ਜਿੱਦਾਂ ਹੀ ਆਪਣਾ ਕੂਪਨ ਨੰਬਰ ਉੱਥੇ ਸ਼ੋਅ ਹੁੰਦਾ ਆਪਾਂ ਦੇਖ ਲੈਣਾ ਆਪਾਂ ਕਿੰਨੇ ਨੰਬਰ ਕਾਊਂਟਰ 'ਤੇ ਜਾਣਾ। ਸੋ ਜਿਹੜਾ ਵੀ ਉੱਥੇ ਕਾਊਂਟਰ ਦਾ ਨੰਬਰ ਲਿਖਿਆ ਹੁੰਦਾ ਆਪਾਂ ਉਸ ਕਾਊਂਟਰ 'ਤੇ ਚਲੇ ਜਾਣਾ ਹੁੰਦਾ ਤੇ ਉੱਥੇ ਵੀ ਆਪਾਂ ਆਪਣਾ ਓਰੀਜਨਲ ਪਾਸਪੋਰਟ ਦੇਣਾ ਹੁੰਦਾ, ਕਨਫਰਮੇਸ਼ਨ ਮੇਲ ਦੇਣੀ ਹੁੰਦੀ ਆ ਤੇ 3rd ਨੰਬਰ 'ਤੇ BIL ਦੇਣਾ ਹੁੰਦਾ ਤੇ ਉੱਥੇ ਆਪਾਂ ਤੋਂ ਆਪਣਾ ਨਾਮ ਪੁੱਛਦੇ ਆ, ਆਪਣੀ ਡੇਟ ਆਫ ਬਰਥ ਪੁੱਛਦੇ ਆ ਤੇ ਆਪਣਾ ਮੋਬਾਈਲ ਨੰਬਰ ਪੁੱਛਦੇ ਆ ਤੇ ਆਪਣੀ ਈਮੇਲ ID ਪੁੱਛਦੇ ਆ ਜਿਹੜੀ ਆਪਾਂ ਦਿੱਤੀ ਹੁੰਦੀ ਆ ਬਾਇਓਮੈਟ੍ਰਿਕਸ ਅਪਾਇੰਟਮੈਂਟ ਬੁੱਕ ਕਰਨ ਦੇ ਵੇਲੇ। ਸੋ ਜਿੱਦਾਂ ਹੀ ਆਪਾਂ ਇਹ ਇਨਫੋਰਮੇਸ਼ਨ ਉੱਥੇ ਦਿੰਦੇ ਆ ਆਪਾਂ ਨੂੰ ਆਪਣੇ ਡਾਕੂਮੈਂਟਸ ਵਾਪਸ ਕਰ ਦਿੰਦੇ ਆ ਤੇ ਵੇਟ ਕਰਨ ਲਈ ਕਹਿੰਦੇ ਆ ਤੇ ਆਪਾਂ ਨੂੰ ਕਹਿ ਦਿੰਦੇ ਵੀ ਉੱਥੇ ਜਾ ਕੇ ਬੈਠ ਜਾਓ। ਆਪਾਂ ਫਿਰ ਸਕਰੀਨ 'ਤੇ ਨਜ਼ਰ ਰੱਖਣੀ ਹੁੰਦੀ ਆ ਤੇ ਜਦੋਂ ਹੀ ਆਪਣਾ ਕੂਪਨ ਨੰਬਰ ਆਉਂਦਾ ਉਸ ਦੇ ਪਿੱਛੇ ਲਿਖਿਆ ਹੁੰਦਾ ਵੀ ਤੁਸੀਂ ਇੰਨੇ ਨੰਬਰ ਬੂਥ ਦੇ ਵਿੱਚ ਜਾਣਾ। ਸੋ ਬੂਥ ਕੀ ਹੁੰਦੇ ਆ ਤਾਂ ਉਹ ਬੇਸਿਕਲੀ ਇੱਕ ਕੈਬਨਸ ਜਿਹੇ ਬਣੇ ਹੁੰਦੇ ਆ ਜਿਨ੍ਹਾਂ ਉੱਪਰ ਲਿਖਿਆ ਹੁੰਦਾ ਬੂਥ ਨੰਬਰ 1 ਬੂਥ ਨੰਬਰ 2। ਸੋ ਜਿਹੜਾ ਆਪਣਾ ਬੂਥ ਨੰਬਰ ਆਇਆ ਹੁੰਦਾ ਆਪਾਂ ਉਸ ਵਿੱਚ ਚਲੇ ਜਾਣਾ ਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਉਹ ਆਪਾਂ ਨੂੰ ਪੁੱਛਦੇ ਆ ਆਪਣਾ ਨੇਮ, ਫਿਰ ਡੇਟ ਆਫ ਬਰਥ ਪੁੱਛਦੇ ਆ ਤੇ ਉਸ ਤੋਂ ਬਾਅਦ ਉੱਥੇ ਇੱਕ ਨੋਟਿਸ ਜਿਹਾ ਲਿਖਿਆ ਹੁੰਦਾ ਜਿਸ ਵਿੱਚ ਆਹੀਂ ਲਿਖਿਆ ਹੁੰਦਾ ਵੀ ਤੁਹਾਡੀ ਇਨਫੋਰਮੇਸ਼ਨ ਆ ਜਿਹੜੀ ਇਹ ਕੇਸ ਕੰਮ ਲਈ ਯੂਜ਼ ਕੀਤੀ ਜਾਊਗੀ। ਤਾਂ ਆਪਾਂ ਨੂੰ ਕਹਿ ਦਿੰਦੇ ਵੀ ਆ ਤੁਸੀਂ ਰੀਡ ਕਰ ਲਓ। ਤਾਂ ਉਸ ਤੋਂ ਬਾਅਦ ਉਹ ਆਪਾਂ ਨੂੰ ਕਹਿ ਦਿੰਦੇ ਵੀ ਕੈਮਰੇ ਸਾਹਮਣੇ ਤੁਸੀਂ ਹੱਥ ਪਹਿਲਾਂ ਸਿੱਧੇ ਵਿਖਾਓ ਬਾਅਦ 'ਚ ਪੁੱਠੇ ਵਿਖਾਓ ਤੇ ਉਸ ਤੋਂ ਬਾਅਦ ਆਪਾਂ ਨੂੰ ਕਹਿ ਦਿੰਦੇ ਵੀ ਤੁਹਾਡੀ ਪਿਕਚਰ ਹੋਣੀ ਹੈ ਤੁਸੀਂ ਬੈਠ ਜਾਓ। ਤਾਂ ਪਿਕਚਰ ਹੋਣ ਤੋਂ ਬਾਅਦ ਉਹ ਇੱਕ ਬਿੱਲ ਟਾਈਪ ਜਿਹਾ ਦੇ ਦਿੰਦੇ ਹੁੰਦੇ ਆ ਤਾਂ ਉਸ 'ਤੇ ਆਪਾਂ ਆਪਣੇ ਸਾਈਨ ਕਰ ਦੇਣੇ ਹੁੰਦੇ ਆ। ਇੱਕ ਉਹਦੇ ਥੱਲੇ ਵੀ ਹੁੰਦਾ ਵਾ ਬਿੱਲ ਟਾਈਪ ਹੀ ਸੇਮ ਟੂ ਸੇਮ, ਉਸ 'ਤੇ ਆਪਣੀ ਸਿਗਨੇਚਰ ਆਪੇ ਛਪ ਜਾਂਦੇ ਆ। ਉਹ ਇੱਕ ਆਪਦੇ ਕੋਲ ਰੱਖ ਲੈਂਦੇ ਆ ਤੇ ਇੱਕ ਆਪਾਂ ਨੂੰ ਦੇ ਦਿੰਦੇ ਆ ਤੇ ਇੱਕ ਆਪਣੇ ਪਾਸਪੋਰਟ 'ਤੇ ਸਟਿੱਕਰ ਜਿਹਾ ਲਾ ਦਿੰਦੇ ਆ ਜਿਸ 'ਤੇ ਆਪਣੀ ਡੇਟ ਆਫ ਬਰਥ ਲਿਖੀ ਹੁੰਦੀ ਆ, ਨੇਮ ਲਿਖਿਆ ਹੁੰਦਾ ਤੇ ਆਪਣਾ IRCC ਦਾ ਸ਼ਾਇਦ ਨੰਬਰ ਲਿਖਿਆ ਹੁੰਦਾ ਤੇ ਉਸ ਤੋਂ ਬਾਅਦ ਕਹਿ ਦਿੰਦੇ ਆ ਕਿ ਤੁਸੀਂ ਫ੍ਰੀ ਆ, ਤੁਸੀਂ ਜਾ ਸਕਦੇ ਹੋ। ਸੋ ਇੰਨਾ ਕੀ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਵਾਲੇ ਦਿਨ ਪ੍ਰੋਸੀਜਰ ਹੁੰਦਾ। ਜਿੱਦਾਂ ਹੀ ਆਪਾਂ ਬਾਇਓਮੈਟ੍ਰਿਕਸ ਦੇ ਕੇ ਬਾਹਰ ਆ ਜਾਂਦੇ ਆ ਆਪਾਂ ਨੂੰ ਕੁਝ ਸਮੇਂ ਬਾਅਦ ਇੱਕ ਆਪਣੇ ਜਿਹੜਾ ਮੋਬਾਈਲ ਫੋਨ ਦਿੱਤਾ ਹੁੰਦਾ ਉਸ 'ਤੇ SMS ਆ ਜਾਂਦਾ ਕਿ ਜਿਹੜੀ ਤੁਹਾਡੀ ਇਨਵੋਇਸ ਦੀ ਰਸੀਟ ਆ ਤੇ ਤੁਹਾਡੀ ਟਰੈਕਿੰਗ ID ਉਹ ਤੁਹਾਡੀ ਮੇਲ 'ਤੇ ਸੈਂਡ ਕਰ ਦਿੱਤੀ ਆ। ਸੋ ਇਸੇ ਤਰ੍ਹਾਂ ਆਪਣਾ ਬਾਇਓਮੈਟ੍ਰਿਕਸ ਦਾ ਜਿਹੜਾ ਪ੍ਰੋਸੀਜਰ ਆ ਉਹ ਸਾਰਾ ਖਤਮ ਹੋ ਜਾਂਦਾ। ਸੋ ਇਸ ਤੋਂ ਬਾਅਦ ਆਪਾਂ ਸਿਰਫ ਆਪਣੇ ਵੀਜ਼ੇ ਦੀ ਵੇਟ ਕਰਨੀ ਹੁੰਦੀ ਆ ਕਿ ਆਪਾਂ ਨੂੰ PPR ਰਿਕੁਐਸਟ ਕਦੋਂ ਆਉਂਦੀ ਆ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਤੁਸੀਂ ਬੈਲ ਆਈਕਨ ਵੀ ਦਬਾ ਸਕਦੇ ਹੋ ਤਾਂ ਕਿ ਤੁਸੀਂ ਮੇਰੀ ਕੋਈ ਵੀ ਨਵੀਂ ਆਉਣ ਵਾਲੀ ਵੀਡੀਓ ਮਿਸ ਨਾ ਕਰੋ।